कुत्तों को डालने वाला जहर बच्चों के हाथ कैसे लगा, वो जहर उस रक्शे के अंदर क्या कर रहा था, वो रक्शे वाला कौन था, ये सारी कहानी उन बच्चों के बाप से जानते हैं। अस्सलाम वालेकुम नाज़रीन, आपका मेज़बान नौर रहमान आपकी खिदमत में हाज़िर है और आप देख रहे हैं डेली प्रवास। इस वक्त मैं हाफिज़ाबाद के अंदर मौजूद हूँ और हाफिज़ाबाद के उस चर्च के अंदर मौजूद हूँ। यहाँ पे ये क्रिश्चियन कम्युनिटी रहती है और इनके कुछ बच्चों ने जहरीली बर्फ़ी खा ली या किसी ने खिला दी, इस तरह की खबरें गर्दिश कर रही हैं। यहाँ पे हमारे साथ एक भाई मौजूद हैं जिनके 2 बच्चों ने ये जहरीली बर्फ़ी खाई है। क्या मामला कैसे हुआ और कैसे यहाँ तक ये बात पहुँची, इन्हीं से जानते हैं। अस्सलाम वालेकुम। वालेकुम सलाम। भाईजान, सबसे पहले तो बहुत अफसोस है कि आपके 2 बच्चों जो है ना वो इस हादसे का शिकार हुए हैं। सबसे पहले तो मुझे ये बताएं कि उनकी क्या कंडीशन है, किस हालत में है। एक बच्चा फौत हो गया 10 साल का, तो 12 साल का बच्चा अस्पताल है। ਤੁਹਾਨੂੰ ਸਬਰ ਦਵੇ ਤੇ ਜਿਹੜਾ 12 ਸਾਲ ਦਾ ਬੱਚਾ ਉਹਦੀ ਕੰਡੀਸ਼ਨ ਕੈਸੀ ਹੈਗੀ? ਉਹਦੀ ਕੰਡੀਸ਼ਨ ਇਹ ਵੇ ਠੀਕ ਹੈ, ਥੋੜਾ ਬਹੁਤਾ ਹੁਣ ਬਿਹਤਰ ਤੇ 5 ਬੱਚੇ ਹਨ ਤੇ ਚਲੋ ਸ਼ੁਕਰ ਹੈ ਮਾਲਕ ਦੇ ਵਿੱਚੋਂ ਸਹੀ ਹੋ ਗਏ। ਥੋੜੇ ਬਾਅਦ ਵਿੱਚੋਂ ਲਮਕੇ ਨੇ। ਟੋਟਲ 8 ਬੱਚੇ थे जी? 8 ਬੱਚੇ ਹਨ, ਟੋਟਲ 8 ਹਨ। ਆ ਮੀਡੀਆ ਵਾਲੇ ਜਿਹੜੇ ਗਲਤ ਖਬਰਾਂ ਚੱਲ, ਕੋਈ 9 ਦੱਸ ਰਿਹਾ, ਕੋਈ 10 ਹੈ, ਇਹ ਗੱਲ ਹਾਂ ਟੋਟਲ 8 ਬੱਚੇ ਹਨ। ਇਹ ਮਠਿਆਈ ਉਹਨਾਂ ਨੂੰ ਕਿਸੇ ਨੇ ਖਵਾਈ, ਕਿਸ ਤਰ੍ਹਾਂ ਕਿਵੇਂ ਹਾਦਸਾ ਪੇਸ਼ ਆਇਆ, ਜ਼ਰਾ ਦੱਸੋ। ਇਹ ਸਰ ਜੀ ਨਾ ਮਠਿਆਈ ਕਿਸੇ ਖਵਾਈ ਹੈ ਨਾ ਕਿਸੇ ਦਿੱਤੀ ਹੈ। ਉਹ ਕੁੱਤਿਆਂ ਦਾ ਕੁਚਲਾ ਸੀ, ਉਹਦੇ ਵਿੱਚ ਨਾ ਰਕਸ਼ੇ ਦੇ ਵਿੱਚ ਬੰਦਿਆਂ ਬਣਾ ਕੇ ਰੱਖਿਆ ਸੀ, ਉਹਨਾਂ ਕੁੱਤਿਆਂ ਨੂੰ ਪਾਣਾ ਸ਼ਾਇਦ ਉਹ ਪਾ ਕੇ ਵੀ ਆਏ ਹੋਣ। ਉਹ ਕੋਈ ਵਧੀ ਸੀ, 1-2 ਗੋਲੀਆਂ ਉਹਨਾਂ ਲਗਾ ਕੇ ਰੱਖੀ, ਉਹਦੇ ਵਿੱਚ ਰੂਪਲ ਖਿਲ ਰਹੇ ਹਨ ਬਿਸਕੁਟਾਂ ਦੇ। ਉਹ ਬੱਚੇ ਧਿਆਨੇ ਲੱਗੇ, ਲੁਕਣ ਮੀਟੀ ਖੇਡਦੇ ਖਿਡਾਉਂਦੇ, ਉਹ ਤਾਂ ਹੱਥ ਪੈ ਗਿਆ, ਉਹਨਾਂ ਦਾ ਧਿਆਨ ਪੈ ਗਿਆ, ਉਹਨਾਂ ਕੱਢ ਕੇ ਤੇ ਉਹ ਖਾ ਲਈਏ। ਨਾ ਕੋਈ ਰਕਸ਼ੇ ਵਾਲੇ ਦਾ ਗੁਨਾਹ ਹੈ, ਨਾ ਗੱਲ ਸੁਣੋ ਬੱਚਿਆਂ ਦਾ ਆਪਣਾ ਗੁਨਾਹ ਹੈ, ਉਹਨਾਂ ਕੱਢੀਏ, ਖਾਣ ਵਾਲੀ ਚੀਜ਼ ਸੀ, ਕੱਢ ਕੇ ਤੇ ਖਾ ਲਈਏ। ਬਿਸਕਟ ਸੀ ਜਾਂ ਬਰਫੀ ਸੀ? ਕੀ ਬਰਫੀ ਸੀ, ਉਹਦੇ ਵਿੱਚ ਰੂਪਲ ਨਾ ਬਿਸਕੁਟਾਂ ਦੇ ਵੀ ਖਿਲ ਰਹੇ ਸਨ। ਉਹਨਾਂ ਨੂੰ ਇਹ ਸੀ ਵੀ ਨਾ ਨਹੀਂ ਦਾ ਕੋਈ ਖਾਣ ਪੀਣ ਵਾਲੀ ਚੀਜ਼ ਕਿਸੇ ਰਕਸ਼ੇ ਵਾਲੇ ਤੇ ਸਵਾਰੀ ਦੀ ਰਹਿ ਗਈ, ਉਹ ਸਿਰਫ ਉਹ ਧੋਖੇ ਨਾਲ ਉਹਨਾਂ ਖਾ ਲਈਏ। ਤੇ ਜਿਵੇਂ ਉਹਨਾਂ ਦੇ ਕੋਈ ਯਾਰ ਬੇਲੀ ਬੱਚਿਆਂ ਦੇ ਕੋਈ ਮੱਥੇ ਲੱਗਦੇ ਗਏ ਨੇ, ਉਹਨੇ ਇੱਕ ਦੂਜੇ ਤੋਂ ਖਵਾ ਕੇ ਖਾਂਦੇ ਰਹਿਣ। ਕਿਸੇ ਥੋੜੀ ਖਾਧੀ, ਕਿਸੇ ਬਹੁਤੀ ਖਾਧੀ ਹੈ ਤੇ ਇਹ ਨਾ ਕਿਸੇ ਦਿੱਤੀ ਹੈ, ਨਾ ਕਿਸੇ ਖਵਾਈ ਹੈ, ਨਾ ਕਿਸੇ ਉਹਨਾਂ ਨੂੰ ਫੜਾਈ ਹੈ, ਆਪ ਹੀ ਉਹਨਾਂ ਖਾਧੀ ਹੈ ਤੇ ਇਹ ਰਕਸ਼ੇ ਦੇ ਵਿੱਚ ਮੌਜੂਦ ਸੀ। ਉਹ ਰਕਸ਼ਾ ਕਿਹਦਾ ਹੈਗਾ ਸੀ? ਕੌਣ ਬੰਦਾ ਸੀ ਜਿਹੜਾ ਉਹ ਰਕਸ਼ੇ ਦੇ ਵਿੱਚ ਮਠਿਆਈ ਰੱਖ ਕੇ ਲੈ ਕੇ ਆਇਆ ਤੇ ਮਤਲਬ ਇਹ ਸਾਰਾ ਹਾਦਸਾ ਪੇਸ਼? ਉਹ ਸਰ ਜੀ ਮੁਲਾਜ਼ਮ ਸੀ, ਇਹ ਨਹੀਂ ਪਤਾ ਕੱਚਾ ਮੁਲਾਜ਼ਮ ਸੀ ਜਾਂ TM ਦਾ ਪੱਕਾ ਮੁਲਾਜ਼ਮ ਸੀ। ਬੰਦਾ ਪਕੜਿਆ ਗਿਆ ਜਾਂ ਮਤਲਬ ਗਾਇਬ ਹੈ, ਕੀ ਸੂਰਤ ਹਾਲ? ਫਿਲਹਾਲ ਤੇ ਇਹ ਮੀਡੀਆ ਵਾਲੇ ਜਾਂ ਦੂਜੇ ਤੀਸਰੇ ਆਂਦੇ ਨੇ ਫੱਦਿਆ ਗਿਆ। ਤੇ ਮੈਨੂੰ ਇਹ ਦੱਸੋ, ਇੱਕ ਪ੍ਰੋਪੇਗੈਂਡਾ ਚੱਲ ਰਿਹਾ ਹੈਗਾ ਕਿ ਇਹ ਕਿਸੇ ਮੁਸਲਿਮ ਕਮਿਊਨਿਟੀ ਦੇ ਬੰਦੇ ਨੇ ਕੀਤਾ ਜਾਂ ਜਿਸ ਤਰ੍ਹਾਂ, ਉਹ ਕਿਸ ਕਮਿਊਨਿਟੀ ਦਾ ਬੰਦਾ ਹੈਗਾ ਸੀ, ਕੀ ਮਾਮਲਾ ਹੈਗਾ ਸੀ? ਕੋਈ ਕਿਸੇ ਨੇ ਕੀਤਾ, ਸਿਰਫ ਉਹ ਬੱਚਿਆਂ ਦੇ ਹੱਥੀ ਲੱਗੀ ਹੈ, ਉਹਨਾਂ ਫੜ ਕੇ ਤੇ ਖਾ ਲਈ ਹੈ। ਕਿਸੇ ਦੇ ਐਵੇਂ ਅਸੀਂ ਇਲਜ਼ਾਮ ਲਾਈਏ ਵੀ ਉਹ ਜਿਹੜਾ ਬੰਦਾ ਹੈਗਾ ਸੀ ਮੁਲਾਜ਼ਮ, ਉਹ ਕਿਸ ਕਮਿਊਨਿਟੀ ਦਾ ਸੀ? ਮਸੀਹ ਬਰਾਦਰੀ ਦਾ ਸੀ? ਹਾਂਜੀ, ਉਹ ਮਸੀਹ ਬਰਾਦਰੀ ਦੇ ਸੀ ਬੰਦਾ। ਮਤਲਬ ਉਸ ਬੰਦੇ ਦੀ ਜ਼ਾਤੀ ਗਲਤੀ ਸੀ ਜਿਹਦੀ ਵਜ੍ਹਾ ਤੋਂ ਇੰਨਾ ਨੁਕਸਾਨ ਹੋ ਗਿਆ? ਸਿਰਫ ਗਲਤੀ ਇਹ ਸੀ, ਉਹਨੇ ਬਸ ਉਹ ਕਿਤਲੇ याद नहीं रही ਉਹਨੂੰ ਕੱਢਣੀ, ਉਹ ਰੱਖ ਦਿੱਤੇ, ਉਹਨੇ काबू आ गए। मुझे ये बताते जाएं कि फिर आपको ये कैसे पता चला कि जब मतलब ये सारा हादसा पेश आ गया, एक बच्चा जब फौत हो गया उसके बाद पता चला? जो ना रौला ये पै गया भी इन्हें बर्फी खाधी, बच्चों को दसिया ना इन्हें बर्फी, उतो पता चल गया भी इन्हों को कुचला रलिया सी, बर्फी खा ली। DPO साहब आए थे, साथ कमिश्नर साहब भी, तो उन्होंने आपके साथ कोऑपरेट किया है या नहीं किया? उन्होंने बहुत अच्छा तामन किया, बड़ा प्यारा। ठीक है जी। इनके मेहमान हैं कुछ अभी आए हुए, तो इनके साथ ये हादसा पेश आया। इस वक्त हम एक चर्च के अंदर मौजूद हैं और यहाँ पे सारे इनके जनाब लवाहिकीन आ रहे हैं, इनसे मिल रहे हैं और इनका जो गम है ज़ाहिर है उसको ख़त्म तो किया नहीं जा सकता। लेकिन आज की वीडियो बनाने का मकसद एक ये भी है कि भाईजान, अगर किसी की इस तरह की कोई ज़िम्मेदारी, कोई ड्यूटी होती है तो कम से कम वो अपनी ड्यूटी के अंदर ऐसी लापरवाही ना करे कि जिसकी वजह से किसी की जान चली जाए। अब एक बंदे ने एक जहर एक सड़क पर रक्शा खड़ा हुआ है उसके अंदर रख दी है और वो बर्फ़ी की शक्ल के अंदर है, बच्चों ने खाया और उसका ये नुकसान हुआ है और आज ये एक इतना बड़ा हादसा पेश आ गया है। पूरे का पूरा जो मोहल्ला है वो परेशान है। तो ये थी आज की स्टोरी। मिलेंगे इंशाल्लाह नई वीडियो के साथ, तब तक के लिए अपना ख्याल रखिए। अल्लाह निगहबान।